ਗੁੱਡ ਮਾਰਨਿੰਗ ਸਟੂਡੈਂਟਸ। ਅਸੀਂ ਰਾਜੇ ਅਲਾਉਦੀਨ ਖਿਲਜੀ ਬਾਰੇ ਪੜ੍ਹ ਰਹੇ ਸੀ। ਅੱਜ ਅਸੀਂ ਉਸਦੇ ਸਾਮਰਾਜ ਦੇ ਵਿਸਥਾਰ ਬਾਰੇ ਗੱਲ ਕਰਾਂਗੇ। ਜੋ ਅਲਾਉਦੀਨ ਖਿਲਜੀ ਸੀ, ਸਿਰਫ ਉਸਨੇ ਦਿੱਲੀ ਸਲਤਨਤ ਦੀ ਮੰਗੋਲਾਂ ਦੇ ਹਮਲਿਆਂ ਤੋਂ ਰੱਖਿਆ ਹੀ ਨਹੀਂ ਕੀਤੀ ਸੀ, ਸਗੋਂ ਉਸਨੇ ਜੋ ਭਾਰਤੀ ਉੱਤਰੀ ਭਾਰਤ ਸੀ ਅਤੇ ਦੱਖਣੀ ਭਾਰਤ ਦੇ ਬਹੁਤ ਸਾਰੇ ਜੋ ਪ੍ਰਦੇਸ਼ ਸੀ ਉਹਨਾਂ ਉੱਤੇ ਜਿੱਤ ਪ੍ਰਾਪਤ ਕਰਕੇ ਆਪਣੇ ਸਾਮਰਾਜ ਦਾ ਜਿਹੜਾ ਵਿਸਥਾਰ ਉਹ ਕੀਤਾ ਸੀ। ਆਪਣੇ ਸਾਮਰਾਜ ਦਾ ਵਿਸਥਾਰ ਕਰਨ ਦੇ ਲਈ ਉਹਨੇ ਨੀਤੀਆਂ ਅਪਣਾਈਆਂ, ਜਿਵੇਂ ਕਿ ਮੰਗੋਲਾਂ ਦੀ ਨੀਤੀ ਅਤੇ ਦੱਖਣ ਨੀਤੀ। ਇਸ ਨੀਤੀਆਂ ਨੂੰ ਅਪਣਾਉਣ ਦੇ ਬਾਵਜੂਦ ਜੋ ਅਲਾਉਦੀਨ ਖਿਲਜੀ ਸੀ ਉਹ ਇਹਨਾਂ ਨੀਤੀਆਂ ਦੇ ਵਿੱਚ ਸਫਲ ਰਿਹਾ ਅਤੇ ਆਪਣੇ ਸਾਮਰਾਜ ਦਾ ਜਿਹੜਾ ਵਿਸਥਾਰ ਉਹ ਵਧੀਆ ਢੰਗ ਨਾਲ ਕਰ ਸਕਿਆ ਸੀ। ਹੁਣ ਅਸੀਂ ਗੱਲ ਕਰਾਂਗੇ ਕਿ ਅਲਾਉਦੀਨ ਦਾ ਜੋ ਸ਼ਾਸਨ ਪ੍ਰਬੰਧ ਸੀ ਜਾਂ ਉਸ ਦੇ ਵਿੱਚ ਸੁਧਾਰ ਸੀ, ਅਸੀਂ ਉਹਨਾਂ ਬਾਰੇ ਹੁਣ ਗੱਲ ਕਰਾਂਗੇ। ਜੋ ਅਲਾਉਦੀਨ ਖਿਲਜੀ ਸੀ ਉਹ ਸਿਰਫ ਇੱਕ ਯੋਧਾ ਹੀ ਨਹੀਂ ਸੀ ਜਾਂ ਜੇਤੂ, ਸਗੋਂ ਉਹ ਇੱਕ ਯੋਗ ਰਾਜ ਪ੍ਰਬੰਧਕ ਵੀ ਸੀ। ਜੋ ਅਲਾਉਦੀਨ ਖਿਲਜੀ ਸੀ ਆਪਣੇ ਰਾਜ ਪ੍ਰਬੰਧ ਨੂੰ ਚਲਾਉਣ ਦੇ ਵਿੱਚ ਉਹ ਜੋ ਪਹਿਲਾਂ ਰਾਜੇ ਹੋਏ ਸੀ ਉਹਨਾਂ ਤੋਂ ਉਹ ਬਹੁਤ ਅੱਗੇ ਸੀ। ਤਾਂ ਉਸ ਦੇ ਆਪਣੇ ਕੇਂਦਰੀ ਰਾਜ ਪ੍ਰਬੰਧ ਬਾਰੇ ਗੱਲ ਕਰਦੇ ਹਾਂ, ਜਿਸ ਦੇ ਵਿੱਚ ਸੁਲਤਾਨ ਰਾਜ ਪ੍ਰਬੰਧ ਦਾ ਜਿਹੜਾ ਮੁਖੀਆ ਸੀ ਉਹ ਸੁਲਤਾਨ ਸੀ। ਉਸ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਅਸੀਮ ਸ਼ਕਤੀਆਂ ਸੀ ਅਤੇ ਅਧਿਕਾਰ ਸੀ ਉਹ ਉਸਦੇ ਆਪਣੇ ਰਾਜ ਉੱਤੇ ਕਾਇਮ ਸੀ। ਉਹ ਆਪ ਕਾਨੂੰਨ ਬਣਾਉਂਦਾ, ਕਾਨੂੰਨਾਂ ਨੂੰ ਲਾਗੂ ਕਰਦਾ ਸੀ, ਕਾਨੂੰਨ ਭੰਗ ਕਰਨ ਵਾਲੇ ਨੂੰ ਸਜ਼ਾ ਵੀ ਦੇ ਦਿੰਦਾ ਸੀ। ਜੋ ਸਾਰੇ ਮੰਤਰੀ ਸੀ ਅਤੇ ਪਦ ਅਧਿਕਾਰੀ ਸੀ ਪੂਰਨ ਰੂਪ ਦੇ ਵਿੱਚ ਉਸਦੇ ਅਧੀਨ ਜਿਹੜਾ ਕੰਮ ਕਰਦੇ ਸੀ। ਜੋ ਸੁਲਤਾਨ ਸੀ ਅਲਾਉਦੀਨ ਖਿਲਜੀ, ਉਹ ਸੈਨਾ ਦਾ ਵੀ ਸਭ ਤੋਂ ਵੱਡਾ ਸੈਨਾਪਤੀ ਆਪ ਹੀ ਸੀ ਅਤੇ 13ਵੀਂ ਸਦੀ ਦੇ ਵਿੱਚ ਸੁਲਤਾਨਾਂ ਉੱਤੇ ਆਮ ਤੌਰ 'ਤੇ ਸ਼ਕਤੀਸ਼ਾਲੀ ਸਰਦਾਰਾਂ ਅਤੇ ਮੁਸਲਿਮ ਧਾਰਮਿਕ ਜੋ ਵਰਗ ਸੀ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਸੀ। ਪਰ ਜਿਹੜਾ ਅਲਾਉਦੀਨ ਖਿਲਜੀ ਹੈ ਇਸ ਪ੍ਰਕਾਰ ਦੇ ਪ੍ਰਭਾਵ ਤੋਂ ਪੂਰਨ ਤੌਰ ਤੋਂ ਮੁਕਤ ਸੀ। ਉਹ ਕਿਸੇ ਦਾ ਪ੍ਰਭਾਵ ਹੈ ਜਿਹੜਾ ਐਕਸੈਪਟ ਨਹੀਂ ਕਰਦਾ ਸੀ। ਕੇਂਦਰੀ ਰਾਜ ਪ੍ਰਬੰਧ ਦੇ ਵਿੱਚ ਪਹਿਲਾਂ ਹੋ ਗਿਆ ਸੁਲਤਾਨ, ਕਿ ਜੋ ਸੁਲਤਾਨ ਸੀ ਉਹ ਆਪ ਹੀ ਰਾਜ ਪ੍ਰਬੰਧ ਦਾ ਮੁਖੀਆ ਹੁੰਦਾ ਸੀ। ਹੁਣ ਅਸੀਂ ਕਰਾਂਗੇ ਮੰਤਰੀ ਅਤੇ ਪਦ ਅਧਿਕਾਰੀ। ਜੋ ਰਾਜ ਪ੍ਰਬੰਧ ਦੇ ਵਿੱਚ ਜੋ ਸੁਲਤਾਨ ਦੀ ਸਹਾਇਤਾ ਕਰਨ ਦੇ ਲਈ ਕਈ ਮੰਤਰੀ ਅਤੇ ਪਦ ਅਧਿਕਾਰੀ ਰੱਖੇ ਹੋਏ ਸੀ, ਜੋ ਵੱਖ-ਵੱਖ ਵਿਭਾਗਾਂ ਦਾ ਪ੍ਰਬੰਧ ਕਰਦੇ ਸੀ। ਪ੍ਰਸਿੱਧ ਕੇਂਦਰੀ ਵਿਭਾਗ ਸੀ ਜਿਹੜੇ ਦੀਵਾਨ-ਏ ਵਜ਼ਾਰਤ। ਇਹ ਸਭ ਤੋਂ ਮਹੱਤਵਪੂਰਨ ਵਿਭਾਗ ਜਾਂ ਆਪਾਂ ਮੰਤਰਾਲਾ ਕਹਿ ਸਕਦੇ ਹਾਂ। ਇਸ ਦੇ ਮੁਖੀ ਨੂੰ ਵਜ਼ੀਰ ਕਿਹਾ ਜਾਂਦਾ ਸੀ, ਜੋ ਪ੍ਰਧਾਨ ਮੰਤਰੀ ਦੇ ਸਮਾਨ ਸੀ। ਉਸਦੇ ਰਾਜ ਪ੍ਰਬੰਧ ਦੇ ਵਿੱਚ ਇੱਕ ਸਿਵਲ ਅਧਿਕਾਰੀ ਵੀ ਸੀ ਅਤੇ ਇੱਕ ਸੈਨਿਕ ਅਧਿਕਾਰੀ ਵੀ। ਜੋ ਸਿਵਲ ਅਧਿਕਾਰੀ ਸੀ ਉਹ ਵਿੱਤ ਸੰਬੰਧੀ ਸਾਰੇ ਕੰਮ ਕਰਦਾ ਸੀ, ਸੁਲਤਾਨ ਨੂੰ ਪ੍ਰਸ਼ਾਸਨ ਸੰਬੰਧੀ ਮਾਮਲਿਆਂ ਵਿੱਚ ਸਲਾਹ ਦਿੰਦਾ ਸੀ ਅਤੇ ਪ੍ਰਾਂਤਾਂ ਦੇ ਸ਼ਾਸਨ ਪ੍ਰਬੰਧ ਦੀ ਦੇਖਭਾਲ ਕਰਦਾ ਸੀ। ਜੋ ਸੈਨਿਕ ਅਧਿਕਾਰੀ ਸੀ ਉਹ ਸ਼ਾਹੀ ਸੈਨਾ ਦਾ ਸੈਨਾਪਤੀ ਹੁੰਦਾ ਸੀ ਅਤੇ ਸੁਲਤਾਨ ਦੇ ਆਦੇਸ਼ ਅਨੁਸਾਰ ਮੁਹਿੰਮਾਂ ਦਾ ਸੰਚਾਲਨ ਕਰਦਾ ਸੀ। ਇਹ ਸੀ ਦੀਵਾਨ-ਏ ਵਜ਼ਾਰਤ। ਦੀਵਾਨ-ਏ ਵਜ਼ਾਰਤ ਦੇ ਵਿੱਚ ਇੱਕ ਮੁਖੀ ਹੁੰਦਾ ਸੀ ਜਿਸ ਨੂੰ ਵਜ਼ੀਰ ਹੈ ਜਿਹੜਾ ਉਹ ਕਿਹਾ ਜਾਂਦਾ ਸੀ, ਇੱਕ ਸਿਵਲ ਅਧਿਕਾਰੀ ਹੁੰਦਾ ਸੀ ਅਤੇ ਇੱਕ ਸੈਨਿਕ ਅਧਿਕਾਰੀ ਹੁੰਦਾ ਸੀ। ਅੱਗੇ ਹੈ ਦੀਵਾਨ-ਏ-ਆਰਿਜ਼। ਇਹ ਸੈਨਾ ਦਾ ਵਿਭਾਗ ਸੀ ਜਿਸ ਦੇ ਮੁਖੀ ਨੂੰ ਆਰਿਜ਼-ਏ-ਮਮਾਲਿਕ ਕਿਹਾ ਜਾਂਦਾ ਸੀ। ਜਿਹੜੇ ਉਸਦੇ ਮੁੱਖ ਕੰਮ ਸੀ ਸੈਨਿਕਾਂ ਨੂੰ ਭਰਤੀ ਕਰਨਾ, ਉਹਨਾਂ ਅਤੇ ਉਹਨਾਂ ਦੇ ਘੋੜਿਆਂ ਦੇ ਹੁਲੀਏ ਦਾ ਰਿਕਾਰਡ ਰੱਖਣਾ, ਹਥਿਆਰ ਤਿਆਰ ਕਰਵਾਉਣੇ, ਸੈਨਿਕਾਂ ਨੂੰ ਤਨਖਾਹਾਂ ਦੇਣੀਆਂ ਅਤੇ ਉਹਨਾਂ ਦਾ ਸਮੇਂ-ਸਮੇਂ ਨਿਰੀਖਣ ਕਰਨਾ। ਇਹ ਕੰਮ ਸੀ ਦੀਵਾਨ-ਏ-ਆਰਿਜ਼, ਜਿਸ ਨੂੰ ਕਿ ਆਰਿਜ਼-ਏ-ਮਮਾਲਿਕ ਹੈ ਜਿਹੜਾ ਉਹ ਕਿਹਾ ਜਾਂਦਾ ਸੀ, ਜਿਹੜਾ ਸੈਨਿਕਾਂ ਦੇ ਨਾਲ ਸੰਬੰਧਿਤ ਸੀ। ਅੱਗੇ ਦੀਵਾਨ-ਏ-ਇੰਸ਼ਾ। ਇਹ ਸ਼ਾਹੀ ਪੱਤਰ ਵਿਹਾਰ ਦਾ ਵਿਭਾਗ ਸੀ। ਇਸ ਵਿਭਾਗ ਦਾ ਜਿਹੜਾ ਮੰਤਰੀ ਸੀ ਉਹ ਸੁਲਤਾਨ ਦੇ ਫਰਮਾਨ ਹੁੰਦੇ ਸੀ, ਜਿਹੜੇ ਪੱਤਰ ਹੁੰਦੇ ਸੀ ਉਹਨਾਂ ਨੂੰ ਤਿਆਰ ਕਰਦਾ ਸੀ। ਜਿਹੜੇ ਸ਼ਾਹੀ ਫਰਮਾਨਾਂ ਨੂੰ ਫਿਰ ਸਥਾਨਕ ਅਧਿਕਾਰੀਆਂ ਤੱਕ ਪਹੁੰਚਾਉਣਾ ਇਸ ਦਾ ਕੰਮ ਹੁੰਦਾ ਸੀ। ਦੀਵਾਨ-ਏ-ਇੰਸਾ। ਅੱਗੇ ਹੈ ਦੀਵਾਨ-ਏ-ਰਸਾਲਤ। ਇਹ ਵਿਦੇਸ਼ੀ ਕਾਰਜਾਂ ਦਾ ਮੰਤਰਾਲਾ ਸੀ। ਇਸ ਵਿਭਾਗ ਦੇ ਮੰਤਰੀ ਦੇ ਮੁੱਖ ਕੰਮ ਦੂਜੇ ਰਾਜਾਂ ਦੇ ਵਿੱਚ ਰਾਜਦੂਤ ਭੇਜਣੇ ਹੁੰਦੇ ਸੀ। ਉਹਨਾਂ ਦੇ ਰਾਜਦੂਤ ਸਵੀਕਾਰ ਕਰਨੇ ਹੁੰਦੇ ਸੀ। ਜਦੋਂ ਦੂਜੇ ਦੇਸ਼ਾਂ ਤੋਂ ਜੋ ਰਾਜਦੂਤ ਆਉਂਦੇ ਸੀ ਅਲਾਉਦੀਨ ਖਿਲਜੀ ਦੇ ਰਾਜ ਪ੍ਰਬੰਧ ਦੇ ਵਿੱਚ, ਉਹਨਾਂ ਨੂੰ ਸਵੀਕਾਰ ਕਰਨਾ ਸੀ ਅਤੇ ਵਿਦੇਸ਼ੀ ਰਾਜਾਂ ਨਾਲ ਪੱਤਰ ਵਿਹਾਰ ਕਰਨਾ ਸੀ। ਦੀਵਾਨ-ਏ-ਰਸਾਲਤ ਦਾ ਇਹ ਕੰਮ ਹੁੰਦਾ ਸੀ। ਅੱਗੇ ਹੈ ਬਖਸ਼ੀ-ਏ-ਫੌਜ। ਉਹ ਸੈਨਿਕਾਂ ਨੂੰ ਤਨਖਾਹ ਦੇਣ ਦਾ ਜਿਹੜਾ ਕੰਮ ਕਰਦਾ ਸੀ, ਬਖਸ਼ੀ-ਏ-ਫੌਜ। ਅੱਗੇ ਹੈ ਕਾਜ਼ੀ-ਉਲ-ਕਜ਼ਾਤ। ਉਹ ਨਿਆਂ ਵਿਭਾਗ ਦਾ ਮੁਖੀ ਹੁੰਦਾ ਸੀ। ਉਹ ਕਾਜ਼ੀਆਂ ਦੇ ਕੰਮ ਦੀ ਦੇਖਭਾਲ ਕਰਦਾ ਸੀ ਅਤੇ ਵੱਡੇ ਵੱਡੇ ਮੁਕੱਦਮਿਆਂ ਅਤੇ ਮੁੱਖ ਰੂਪ ਦੇ ਵਿੱਚ ਜੋ ਹੇਠਲੀਆਂ ਅਦਾਲਤਾਂ ਹੁੰਦੀਆਂ ਸੀ ਉਹਨਾਂ ਤੋਂ ਅਪੀਲ
ਖਰੀਦ ਸੰਬੰਧੀ ਮੁਕੱਦਮਾ ਜਿਹੜਾ ਉਹ ਫੈਸਲਾ ਕਰਦਾ ਸੀ। ਅਗਲਾ ਪੁਆਇੰਟ ਹੈ ਦੀਵਾਨ ਅਸ਼ਰਫ। ਇਹ ਸਾਮਰਾਜ ਦੀ ਆਮਦ ਦਾ ਜੋ ਖਰਚੇ ਦਾ ਹਿਸਾਬ ਕਿਤਾਬ ਰੱਖਦਾ ਸੀ। ਦੀਵਾਨ ਅਸ਼ਰਫ ਇਸ ਦਾ ਇੱਕ ਮਹਿਕਮਾ ਹੁੰਦਾ ਸੀ ਜਿਸ ਦੇ ਵਿੱਚ ਜੋ ਵੀ ਸਾਮਰਾਜ ਦੀ ਆਮਦਨ ਹੁੰਦੀ ਸੀ ਜਾਂ ਖਰਚਾ ਹੁੰਦਾ ਸੀ ਉਸਦਾ ਹਿਸਾਬ ਕਿਤਾਬ ਰੱਖਣਾ ਇਸਦਾ ਕੰਮ ਹੁੰਦਾ ਸੀ। ਅਤੇ ਜਿਸ ਦਾ ਸਭ ਤੋਂ ਉੱਚਾ ਅਧਿਕਾਰੀ ਸੀ ਮਹਾਲੇਖਾਕਾਰ ਹੁੰਦਾ ਸੀ ਦੀਵਾਨ ਅਸ਼ਰਫ ਦਾ। ਅੱਗੇ ਦੀਵਾਨ ਤੋਹੀ, ਇਹ ਖੇਤੀਬਾੜੀ ਦਾ ਵਿਭਾਗ ਸੰਭਾਲਦਾ ਸੀ ਜੋ ਸੀ ਮਲਿਕ ਹਮੀਦ ਉਦੀਨ ਇਸ ਵਿਭਾਗ ਦਾ ਮੁੱਖ ਅਧਿਕਾਰੀ ਜਿਹੜਾ ਉਹ ਨਿਯੁਕਤ ਕੀਤਾ ਗਿਆ ਸੀ। ਅੱਗੇ ਹੈ ਕਿ ਦੀਵਾਨ ਰਿਆਸਤ, ਇਹ ਵਪਾਰ ਨਾਲ ਸੰਬੰਧਿਤ ਵਿਭਾਗ ਸੀ ਜਿਸ ਦਾ ਮੁਖੀ ਵਪਾਰ ਅਤੇ ਵਪਾਰੀਆਂ ਦੀ ਦੇਖਭਾਲ ਕਰਦਾ ਸੀ ਅਤੇ ਵਪਾਰ ਦੇ ਵਿਕਾਸ ਦੇ ਲਈ ਕਾਰਜ ਆਪਣੇ ਕੰਮ ਕਰਦਾ ਸੀ। ਅਗਲਾ ਪੁਆਇੰਟ ਹੈ ਸ਼ਾਨਾ ਮੰਡੀ, ਉਹ ਅਨਾਜ ਦੀ ਮੰਡੀ ਦਾ ਅਧਿਕਾਰੀ ਹੁੰਦਾ ਸੀ। ਸ਼ਾਨਾ ਮੰਡੀ ਇਹ ਸੀ ਕੇਂਦਰੀ ਰਾਜ ਪ੍ਰਬੰਧ। ਹੁਣ ਅਸੀਂ ਕਰਾਂਗੇ ਪ੍ਰਾਂਤਕ ਅਤੇ ਸਥਾਨਕ ਰਾਜ ਪ੍ਰਬੰਧ, ਜਿਸ ਦੇ ਵਿੱਚ ਪਹਿਲਾ ਹੈ ਕਿ ਪ੍ਰਾਂਤਾਂ ਦਾ ਪ੍ਰਬੰਧ। ਅਲਾਉਦੀਨ ਨੇ ਆਪਣੇ ਵਿਸ਼ਾਲ ਸਾਮਰਾਜ ਨੂੰ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ। ਉਸਦੇ ਸਾਮਰਾਜ ਦੇ ਕੁੱਲ 11 ਪ੍ਰਾਂਤ ਸੀ, ਜਿਵੇਂ ਗੁਜਰਾਤ, ਮੁਲਤਾਨ, ਸਿਵਸਤਾਨ, ਦੀਪਾਲਪੁਰ, ਸਮਾਣਾ ਆਦਿ। ਅੱਗੇ ਕਿ ਪਰਗਣਿਆਂ ਅਤੇ ਪਿੰਡਾਂ ਦਾ ਪ੍ਰਬੰਧ ਸੀ। ਹਰੇਕ ਪ੍ਰਾਂਤ ਨੂੰ ਅੱਗੇ ਫਿਰ ਪਰਗਣਿਆਂ ਦੇ ਵਿੱਚ ਵੰਡਿਆ ਹੋਇਆ ਸੀ। ਪਰਗਣੇ ਦਾ ਜੋ ਮੁਖੀਆ ਉਸਨੂੰ ਆਮਿਲ ਕਿਹਾ ਜਾਂਦਾ ਸੀ। ਆਮਿਲ ਉਸਦੀ ਨਿਯੁਕਤੀ ਜਿਹੜੀ ਵਜ਼ੀਰ ਕਰਦਾ ਸੀ ਆਮਿਲ ਦੀ, ਅਤੇ ਉਸਦਾ ਜੋ ਮੁੱਖ ਕੰਮ ਸੀ ਉਹ ਭੂਮੀ ਕਰ ਸੀ ਜਿਹੜਾ ਉਹ ਇਕੱਠਾ ਕਰਨਾ ਸੀ। ਪਿੰਡ ਦਾ ਜੋ ਸ਼ਾਸਨ ਹੈ ਉਸਦੀ ਸਭ ਤੋਂ ਛੋਟੀ ਇਕਾਈ ਸੀ। ਪਿੰਡ ਹੈ ਜਿਹੜਾ ਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਸੀ ਜਿਸ ਦਾ ਪ੍ਰਬੰਧ ਸੀ ਜਿਹੜਾ ਨੰਬਰਦਾਰ, ਪਟਵਾਰੀ ਅਤੇ ਪੰਚਾਇਤ ਦੁਆਰਾ ਕੀਤਾ ਜਾਂਦਾ ਸੀ। ਇਹਨਾਂ ਤਿੰਨਾਂ ਦੁਆਰਾ ਕੀਤਾ ਜਾਂਦਾ ਸੀ। ਪਿੰਡ ਦਾ ਜਿਹੜਾ ਪ੍ਰਬੰਧ ਹੁੰਦਾ ਸੀ ਨੰਬਰਦਾਰ, ਪਟਵਾਰੀ ਅਤੇ ਪੰਚਾਇਤ ਦੁਆਰਾ। ਇਹ ਸੀ ਪ੍ਰਾਂਤਕ ਅਤੇ ਸਥਾਨਕ ਰਾਜ ਪ੍ਰਬੰਧ। ਹੁਣ ਅਸੀਂ ਕਰਾਂਗੇ ਵਿੱਤੀ ਪ੍ਰਬੰਧ। ਭੂਮੀ ਕਰ ਪ੍ਰਣਾਲੀ, ਜਿਸ ਦੇ ਵਿੱਚ ਹੈ ਕਿ ਅਲਾਉਦੀਨ ਖਲਜੀ ਜਿਹੜਾ ਭਾਰਤ ਦਾ ਪਹਿਲਾ ਮੁਸਲਿਮ ਹਾਕਮ ਸੀ ਜਿਸ ਨੇ ਮਾਲ ਅਤੇ ਵਿੱਤੀ ਮੁਆਵਲਿਆਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ। ਮਾਲ ਅਤੇ ਵਿੱਤੀ ਮੁਆਵਲਿਆਂ ਦੇ ਵੱਲ ਇਸ ਦੇ ਵਿੱਚ ਕਈ ਸੁਧਾਰ ਵੀ ਕੀਤੇ ਸੀ। ਇਹਦਾ ਮੁੱਖ ਉਦੇਸ਼ ਸੀ ਜਿਹੜਾ ਰਾਜ ਦੀ ਆਮਦਨ ਨੂੰ ਵਧਾਉਣਾ ਸੀ, ਕਿਉਂਕਿ ਜਿਹੜੇ ਮੰਗੋਲ ਸੀ ਉਹਨਾਂ ਦੇ ਹਮਲਿਆਂ ਦਾ ਸਫਲਤਾਪੂਰਵਕ ਮੁਕਾਬਲਾ ਕਰਨ ਦੇ ਲਈ, ਸਾਮਰਾਜ ਨੂੰ ਦ੍ਰਿੜ ਬਣਾਉਣ ਦੇ ਲਈ, ਉਸਨੂੰ ਵਿਸ਼ਾਲ ਸੈਨਾ ਸੰਗਠਨ ਦੇ ਲਈ ਬਹੁਤ ਸਾਰੇ ਧਨ ਦੀ ਲੋੜ ਸੀ। ਸੁਲਤਾਨ ਨੇ ਲਗਾਨ ਪ੍ਰਣਾਲੀ ਦੇ ਕਈ ਸੁਧਾਰ ਕਾਰਜ ਕੀਤੇ ਸੀ, ਜਿਸ ਦੇ ਵਿੱਚ ਕਿ ਸਭ ਤੋਂ ਪਹਿਲਾਂ ਉਸਨੇ ਇਹ ਆਦੇਸ਼ ਦਿੱਤਾ ਸੀ ਕਿ ਜੋ ਅਮੀਰ ਨੇ, ਸਰਦਾਰ ਨੇ ਜਾਂ ਰਾਜ ਅਧਿਕਾਰੀ ਨੇ ਜਾਂ ਧਾਰਮਿਕ ਵਰਗ ਦੇ ਲੋਕ ਨੇ ਉਹਨਾਂ ਦੀਆਂ ਜਗੀਰਾਂ ਜ਼ਬਤ ਕਰ ਲਈਆਂ ਜਾਣ ਜੋ ਉਹਨਾਂ ਨੂੰ ਮਿਲਕ, ਇਨਾਮ, ਵਕਫ ਵਜੋਂ ਮਿਲੀਆਂ ਹੋਈਆਂ ਸੀ। ਇਹਨਾਂ ਜਗੀਰਾਂ ਨੂੰ ਸਿੱਧਾ ਸ਼ਾਹੀ ਅਧਿਕਾਰ ਦੇ ਵਿੱਚ ਲੈ ਲਿਆ ਗਿਆ। ਅਗਲਾ ਪੁਆਇੰਟ ਹੈ ਕਿ ਸੁਲਤਾਨ ਦਾ ਇੱਕ ਉਦੇਸ਼ ਇਹ ਸੀ ਕਿ ਮੁਕੱਦਮਾ ਅਤੇ ਖੁੱਤਾ ਨਾਮਕ ਪਿੰਡਾਂ ਦੇ ਜੋ ਜ਼ਿਮੀਂਦਾਰ ਅਤੇ ਚੌਧਰੀ ਸੀ ਉਹਨਾਂ ਦੇ ਵਿਸ਼ੇਸ਼ ਅਧਿਕਾਰ ਨੇ ਜਿਹੜੇ ਉਹ ਖੋਹ ਲਏ ਜਾਣ। ਉਹਨਾਂ ਨੂੰ ਹੁਣ ਉਹ ਸਾਰੇ ਟੈਕਸ ਦੇਣੇ ਪੈਂਦੇ ਸੀ ਜੋ ਸਧਾਰਨ ਕਿਸਾਨਾਂ ਨੂੰ ਦੇਣੇ ਪੈਂਦੇ ਸੀ। ਅਲਾਉਦੀਨ ਨੇ ਭੂਮੀ ਦੀ ਪਮਾਇਸ਼ ਕਰਵਾਉਣ ਦੇ ਲਈ ਇੱਕ ਪ੍ਰਥਾ ਪ੍ਰਚਲਿਤ ਕੀਤੀ ਸੀ। ਭੂਮੀ ਦੀ ਪਮਾਇਸ਼ ਕਰਾਉਣ ਦੇ ਲਈ ਉਹ ਪਹਿਲਾ ਮੁਸਲਿਮ ਸੁਲਤਾਨ ਸੀ ਜਿਸ ਨੇ ਭੂਮੀ ਦੀ ਪਮਾਇਸ਼ ਦੇ ਆਧਾਰ 'ਤੇ ਭੂਮੀ ਕਰ ਜਿਹੜਾ ਉਹ ਨਿਸ਼ਚਿਤ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਅਲਾਉਦੀਨ ਖਿਲਜੀ ਦੇ ਰਾਜ ਪ੍ਰਬੰਧ ਦੇ ਵਿੱਚ ਜੋ ਭੂਮੀ ਕਰ ਹੈ ਉਸ ਦਾ ਉਪਜ ਹੁੰਦੀ ਸੀ ਜਿਹੜੀ ਉਸਦਾ ਜੋ ਅੱਧਾ ਭਾਗ ਸੀ ਨਿਸ਼ਚਿਤ ਕਰ ਲਿਆ ਜਾਂਦਾ ਸੀ ਕਿ ਅਲਾਉਦੀਨ ਤੋਂ ਜਿਹੜੀ ਪਹਿਲਾਂ ਭੂਮੀ ਕਰ ਦੀ ਦਰ ਆਮ ਤੌਰ 'ਤੇ 1/4 ਜਾਂ 1/3 ਹਿੱਸਾ ਹੁੰਦੀ ਸੀ, ਪਰ ਅਲਾਉਦੀਨ ਨੇ ਇਸ ਦੇ ਦਰ ਦਾ ਵਧਾ ਕੇ ਕੀ ਕਰਤਾ ਸੀ 1/2 ਹਿੱਸਾ ਕਰਤਾ ਸੀ, ਭਾਵ ਕਿ ਅੱਧਾ ਭਾਗ ਕਰਤਾ ਸੀ। ਜੋ ਵੀ ਕਿਸਾਨ ਹੁੰਦਾ ਸੀ ਅੱਧਾ ਭੂਮੀ ਦੀ ਉਪਜ ਆਪ ਰੱਖਦਾ ਸੀ ਅਤੇ ਅੱਧੀ ਕੀ ਹੈ ਅਲਾਉਦੀਨ ਖਿਲਜੀ ਨੂੰ ਦੇਣੀ ਪੈਂਦੀ ਸੀ ਉਸਨੂੰ। ਅੱਗੇ ਕਿ ਸੁਲਤਾਨ ਨੇ ਦੀਵਾਨ ਮੁਸਤਖਰਾਜ ਨਾਮਕ ਇੱਕ ਵਿਸ਼ੇਸ਼ ਲਗਾਨ ਵਿਭਾਗ ਦੀ ਸਥਾਪਨਾ ਕੀਤੀ ਸੀ ਜਿਸ ਵਿੱਚ ਯੋਗ ਅਤੇ ਇਮਾਨਦਾਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ। ਇਹਨਾਂ ਅਧਿਕਾਰੀਆਂ ਦੀ ਦੇਖ ਰੇਖ ਦੇ ਵਿੱਚ ਭੂਮੀ ਕਰ ਸਮੇਂ ਦੇ ਇਕੱਤਰ ਕੀਤਾ ਸੀ ਅਤੇ ਲਗਾਨ ਦੀਆਂ ਬਕਾਇਆ ਰਕਮਾਂ ਦੀ ਛੇਤੀ ਨਾਲ ਵਸੂਲ ਕਰ ਲਈਆਂ ਜਾਂਦੀਆਂ ਸੀ। ਅੱਗੇ ਕਿ ਪਟਵਾਰੀਆਂ ਅਤੇ ਲਗਾਨ ਵਿਭਾਗ ਦੇ ਦੂਜੇ ਛੋਟੇ ਅਧਿਕਾਰੀਆਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਗਈਆਂ ਤਾਂ ਜੋ ਉਹ ਰਿਸ਼ਵਤ ਨਾ ਲੈਣ ਅਤੇ ਜੋ ਉਹਨਾਂ ਦੇ ਆਪਣੇ ਕੰਮ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਇਮਾਨਦਾਰੀ ਦੇ ਨਾਲ ਕਰਨ। ਸੁਲਤਾਨ ਸੀ ਜਿਹੜਾ ਆਪ ਲਗਾਨ ਵਿਭਾਗ ਦੇ ਅਧਿਕਾਰੀਆਂ ਉੱਤੇ ਕਰੜੀ ਨਿਗਰਾਨੀ ਰੱਖਦਾ ਸੀ, ਇੱਥੋਂ ਤੱਕ ਕਿ ਉਹ ਕਈ ਵਾਰੀ ਕਿ ਪਟਵਾਰੀਆਂ ਦੇ ਜੋ ਕਾਗਜ਼ ਪੱਤਰ ਹੁੰਦੇ ਸੀ ਉਹਨਾਂ ਦੀ ਆਪ ਪੜਤਾਲ ਕਰਦਾ ਹੁੰਦਾ ਸੀ।
ਇਸ ਤੋਂ ਬਾਅਦ ਹੈ ਕਿ ਆਮਦਨ ਦੇ ਹੋਰ ਸਾਧਨ ਸੀ ਜਿਹੜੇ ਅਲਾਉਦੀਨ ਖਿਲਜੀ ਦੇ ਰਾਜ ਪ੍ਰਬੰਧ ਦੇ ਵਿੱਚ, ਜਿਵੇਂ ਹੋ ਗਿਆ ਖੇਰਾਤ ਜਾਂ ਭੂਮੀ ਦੇ ਇਲਾਵਾ ਆਮਦਨ ਦੇ ਹੋਰ ਸਾਧਨ ਸੀ। ਜਜੀਆ ਹੋ ਗਿਆ ਜੋ ਸਿਰਫ ਹਿੰਦੂਆਂ 'ਤੇ ਲਗਾਇਆ ਜਾਂਦਾ ਸੀ, ਇੱਕ ਵਿਸ਼ੇਸ਼ ਕਰ ਸੀ। ਜ਼ਕਾਤ ਹੋ ਗਿਆ ਉਹ ਸਿਰਫ ਇਸਲਾਮ ਦੇ ਪ੍ਰਚਾਰ ਲਈ ਮੁਸਲਮਾਨਾਂ ਉੱਤੇ ਲਗਾਇਆ ਜਾਂਦਾ ਸੀ, ਇੱਕ ਟੈਕਸ ਸੀ ਇਹ ਜ਼ਕਾਤ। ਅੱਗੇ ਹੋ ਗਿਆ ਖਮਸ ਜੋ ਯੁੱਧ ਦੇ ਵਿੱਚ ਲੁੱਟਮਾਰ ਵਜੋਂ ਪ੍ਰਾਪਤ ਕੀਤਾ ਜਾਂਦਾ ਸੀ, ਉਸਦਾ ਚੌਥਾ ਜਾਂ ਪੰਜਵਾਂ ਹਿੱਸਾ ਇਸ ਨੂੰ ਦਿੱਤਾ ਜਾਂਦਾ ਸੀ। ਅੱਗੇ ਸੀ ਕਿ ਮਕਾਨ ਟੈਕਸ, ਦੁੱਧ ਦੇਣ ਵਾਲੇ ਪਸ਼ੂ ਸੀ ਜਿਵੇਂ ਗਊਆਂ ਹੋ ਗਈਆਂ, ਮੱਝਾਂ, ਬੱਕਰੀਆਂ ਜੋ ਵੀ ਸੀ, ਇਹਨਾਂ ਦੇ ਮਾਲਕਾਂ ਉੱਤੇ ਟੈਕਸ ਲਾਇਆ ਜਾਂਦਾ ਸੀ। ਕਈ ਵਾਰੀ ਜੋ ਇਹਦਾ ਆਮਦਨ ਦਾ ਸਾਧਨ ਇੱਕ ਹੋਰ ਸੀ ਕਿ ਜੋ ਜਗੀਰਾਂ ਸੀ ਜ਼ਬਤ ਕਰ ਲਈਆਂ ਜਾਂਦੀਆਂ ਸੀ। ਅੱਗੇ ਕਿ ਅਪਰਾਧੀਆਂ ਉੱਤੇ ਕਈ ਜੁਰਮਾਨੇ ਲਾਏ ਜਾਂਦੇ ਸੀ। ਇਹ ਸੀ ਇਹਦੇ ਆਮਦਨ ਦੇ ਹੋਰ ਸਾਧਨ। ਅੱਗੇ ਹੁਣ ਅਸੀਂ ਕਰਾਂਗੇ ਕਿ ਨਿਆਂ ਵਿਵਸਥਾ। ਜਿਵੇਂ ਕਿ ਬਲਬਨ ਦੀ ਤਰ੍ਹਾਂ ਅਲਾਉਦੀਨ ਖਿਲਜੀ ਵੀ ਨਿਆਂ ਕਰਨ ਦੇ ਵਿੱਚ ਬੜਾ ਕਠੋਰ ਸੀ। ਉਹ ਰਾਜ ਦਾ ਸਭ ਤੋਂ ਵੱਡਾ ਨਿਆਤੀ ਸੀ ਅਤੇ ਵੱਡੇ ਵੱਡੇ ਜੋ ਮੁਕੱਦਮੇ ਹੁੰਦੇ ਸੀ ਉਹਨਾਂ ਦਾ ਆਪ ਹੀ ਫੈਸਲਾ ਕਰਦਾ ਸੀ। ਸੁਲਤਾਨ ਦੇ ਬਾਅਦ ਦੂਜੇ ਦਰਜੇ 'ਤੇ ਕਾਜ਼ੀ ਉਲ ਜ਼ਕਾਤ ਜਾਂ ਕਾਜ਼ੀ ਏ ਮਮਾਲਿਕ ਹੁੰਦਾ ਸੀ। ਉਸ ਦੇ ਅਧੀਨ ਬਹੁਤ ਸਾਰੇ ਛੋਟੇ ਦਰਜੇ ਦੇ ਕਾਜ਼ੀ ਕੰਮ ਕਰਦੇ ਸੀ। ਅਲਾਉਦੀਨ ਦੇ ਸ਼ਾਸਨ ਕਾਲ ਦੇ ਆਰੰਭਕ ਵਰ੍ਹਿਆਂ ਦੇ ਵਿੱਚ ਸਦਰ ਜਹਾਨ ਸਦਰ ਉਦੀਨ ਨੂੰ ਕਾਜ਼ੀ ਏ ਮਮਾਲਿਕ ਨਿਯੁਕਤ ਕੀਤਾ ਗਿਆ ਸੀ, ਜੋ ਆਪਣੀ ਯੋਗਤਾ ਅਤੇ ਉੱਚੇ ਆਚਰਣ ਦੇ ਲਈ ਪ੍ਰਸਿੱਧ ਸੀ। ਅੱਗੇ ਕਿ ਸਜ਼ਾਵਾਂ। ਅਲਾਉਦੀਨ ਦੇ ਸ਼ਾਸਨ ਕਾਲ ਦੇ ਵਿੱਚ ਜਿਹੜਾ ਦੰਡ ਸੀ ਉਹ ਬਹੁਤ ਹੀ ਕਠੋਰ ਦਿੱਤਾ ਜਾਂਦਾ ਸੀ ਅਤੇ ਅਪਰਾਧੀ ਨੂੰ ਉੱਚਾ ਪਦ, ਨੇਕੀ ਜਾਂ ਧਨ ਵੀ ਉਸ ਨੂੰ ਦੰਡ ਦੇ ਪੀੜ ਤੋਂ ਨਹੀਂ ਬਚਾ ਸਕਦਾ ਸੀ। ਜਿਵੇਂ ਕਿ ਉਸਦਾ ਤੜਫਾ ਕੇ ਕਤਲ ਕਰਨਾ, ਅਪਰਾਧੀ ਦਾ ਸਰੀਰ ਦੇ ਅੰਗ ਕੱਟ ਦੇਣੇ, ਉਹਨਾਂ ਨੂੰ ਖੂਹਾਂ ਦੇ ਵਿੱਚ ਸਿੱਟ ਦੇਣਾ, ਕਿਲਿਆਂ ਦੇ ਵਿੱਚ ਕੈਦ ਕਰ ਦੇਣਾ ਜਾਂ ਕੋੜੇ ਮਾਰਨਾ ਆਦਿ ਜੇ ਐਵੇਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਅਲਾਉਦੀਨ ਖਿਲਜੀ ਦੇ ਰਾਜ ਪ੍ਰਬੰਧ ਦੇ ਵਿੱਚ। ਅਗਲਾ ਪੁਆਇੰਟ ਹੈ ਕਿ ਪੁਲਿਸ ਅਤੇ ਜਾਸੂਸ ਪ੍ਰਬੰਧ ਕਿਵੇਂ ਦਾ ਸੀ। ਪੁਲਿਸ ਵਿਵਸਥਾ ਦੇ ਵਿੱਚ ਅਲਾਉਦੀਨ ਖਿਲਜੀ ਨੇ ਕੁਸ਼ਲ ਜੋ ਪੁਲਿਸ ਪ੍ਰਬੰਧ ਦੀ ਵਿਵਸਥਾ ਕੀਤੀ ਸੀ। ਜਿਵੇਂ ਕਿ ਕੋਤਵਾਲ ਸੀ ਜਿਹੜਾ ਪੁਲਿਸ ਵਿਭਾਗ ਦਾ ਮੁਖੀਆ ਹੁੰਦਾ ਸੀ, ਉਸ ਨੂੰ ਸੁਲਤਾਨ ਵੱਲੋਂ ਸ਼ਕਤੀਆਂ ਦਿੱਤੀਆਂ ਜਾਂਦੀਆਂ ਸੀ ਜੋ ਰਾਜਧਾਨੀ ਵਿੱਚ ਸ਼ਾਂਤੀ ਅਤੇ ਵਿਵਸਥਾ ਕਾਇਮ ਰੱਖਣਾ ਸੀ ਉਸਦਾ ਸਭ ਤੋਂ ਵੱਡਾ ਕੰਮ ਸੀ। ਉਹ ਸੁਲਤਾਨ ਨੂੰ ਰਾਜ ਪ੍ਰਬੰਧ ਦੇ ਮਾਮਲਿਆਂ ਦੇ ਵਿੱਚ ਸਲਾਹ ਵੀ ਦਿੰਦਾ ਸੀ। ਉਸ ਦੀ ਰਾਜਧਾਨੀ ਤੋਂ ਜੋ ਗੈਰ ਹਾਜ਼ਰੀ ਦੇ ਸਮੇਂ ਸ਼ਾਹੀ ਰਣਵਾਸ ਦੀ ਜਿਹੜੀ ਰੱਖਿਆ ਉਹ ਕਰਦਾ ਸੀ। ਜੋ ਅਲਾਉਦੀਨ ਦੇ ਸ਼ਾਸਨ ਕਾਲ ਦੇ ਆਰੰਭ ਦੇ ਵਿੱਚ ਨੁਸਰਤ ਖਾਂ ਕੋਤਵਾਲ ਸੀ, ਪਰ ਬਾਅਦ ਦੇ ਵਿੱਚ ਅੱਲਾ ਉਲ ਮੁਲਕ ਨੂੰ ਇਸ ਪਦਵੀ ਦੇ ਉੱਤੇ ਨਿਯੁਕਤ ਕੀਤਾ ਗਿਆ ਸੀ। ਅੱਗੇ ਹੈ ਕਿ ਸਰਦਾਰਾਂ ਨੂੰ ਸ਼ਕਤੀਹੀਣ ਕਰਨ ਦੇ ਕੰਮ ਕੀਤੇ ਅਲਾਉਦੀਨ ਖਿਲਜੀ ਨੇ, ਜਿਵੇਂ ਕਿ ਜਗੀਰਾਂ ਖੋਹਣੀਆਂ, ਸਰਦਾਰਾਂ ਤੋਂ ਜਗੀਰਾਂ ਖੋਹ ਲਈਆਂ ਗਈਆਂ, ਕਿ ਸ਼ਰਾਬ ਪੀਣ ਦੀ ਉਹਨਾਂ ਨੂੰ ਮਨਾਹੀ ਕਰ ਦਿੱਤੀ ਗਈ, ਜੋ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਸੀ ਸਰਦਾਰ। ਜੋ ਸਰਦਾਰਾਂ ਦਾ ਆਪਸੀ ਮੇਲ ਜੋਲ ਸੀ ਉਹਨਾਂ 'ਤੇ ਰੋਕ ਲਾ ਦਿੱਤੀ ਗਈ ਅਤੇ ਉਹਨਾਂ 'ਤੇ ਜਾਸੂਸਾਂ ਦੀ ਨਿਯੁਕਤੀ ਕਰ ਦਿੱਤੀ ਗਈ ਕਿ ਸਰਦਾਰ ਨੇ ਜਿਹੜੇ ਜੋ ਵੀ ਕੰਮ ਕਰਦੇ ਨੇ ਉਹ ਰਾਜ ਪ੍ਰਬੰਧ ਦੇ ਵਿੱਚ ਜਾ ਕੇ ਅਲਾਉਦੀਨ ਖਿਲਜੀ ਨੂੰ ਉਹਨਾਂ ਬਾਰੇ ਦੱਸਿਆ ਜਾਵੇ ਜੇ ਸਰਦਾਰ ਨੇ ਉਹ ਕੀ ਕੰਮ ਕਰ ਰਹੇ ਨੇ। ਅਗਲਾ ਪੁਆਇੰਟ ਹੈ ਕਿ ਸੈਨਿਕ ਪ੍ਰਬੰਧਾਂ 'ਤੇ ਸੁਧਾਰ। ਜਿਵੇਂ ਵਿਸ਼ਾਲ ਸਥਾਈ ਸੈਨਾ ਦਾ ਸੰਗਠਨ ਕੀਤਾ ਸੀ ਅਲਾਉਦੀਨ ਖਿਲਜੀ ਨੇ। ਉਹਨੇ ਅਨੁਭਵ ਕੀਤਾ ਸੀ ਕਿ ਜਿਹੜੇ ਮੰਗੋਲ ਨੇ ਉਹਨਾਂ ਦੇ ਹਮਲਿਆਂ ਤੋਂ ਬਚਣ ਦੇ ਲਈ ਵੀ ਮੇਰੇ ਰਾਜ ਪ੍ਰਬੰਧ ਦੇ ਵਿੱਚ ਜਿਹੜੀ ਸੈਨਾ ਹੈ ਉਹ ਬਹੁਤ ਵਿਸ਼ਾਲ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ। ਅੱਗੇ ਹੈ ਕਿ ਸੈਨਿਕਾਂ ਦੀਆਂ ਤਨਖਾਹਾਂ। ਜੋ ਘੋੜ ਸਵਾਰ ਸੀ ਉਹਦੀ ਤਨਖਾਹ 234 ਟੰਕੇ ਪ੍ਰਤੀ ਸਾਲ ਕੀਤੀ ਸੀ, ਪਰ ਜਿਨ੍ਹਾਂ ਸੈਨਿਕਾਂ ਕੋਲ ਇੱਕ ਦੀ ਥਾਂ 2 ਘੋੜੇ ਹੁੰਦੇ ਸੀ ਉਹਨਾਂ ਨੂੰ 78 ਟੰਕੇ ਜਿਹੜੇ ਪ੍ਰਤੀ ਸਾਲ ਜ਼ਿਆਦਾ ਤਨਖਾਹ ਮਿਲਦੀ ਸੀ। ਤਾਂ ਦਾਗ ਅਤੇ ਚਿਹਰਾ ਦੇ ਨਿਯਮ ਸੀ। ਅਲਾਉਦੀਨ ਨੇ ਸੈਨਾ ਨੂੰ ਦੇ ਵਿੱਚ ਇੱਕ ਮਹੱਤਵਪੂਰਨ ਸੁਧਾਰ ਇਹ ਕੀਤਾ ਕਿ ਉਸਨੇ ਦਾਗ ਅਤੇ ਚਿਹਰਾ ਦੇ ਨਿਯਮ ਸੀ ਜਿਹੜੇ ਪ੍ਰਚਲਿਤ ਕੀਤੇ। ਦਾਗ ਦੇ ਅਨੁਸਾਰ ਹਰੇਕ ਘੋੜੇ ਨੂੰ ਦਾਗਿਆ ਜਾਂਦਾ ਸੀ, ਚਿਹਰਾ ਦੇ ਅਨੁਸਾਰ ਹਰੇਕ ਸੈਨਿਕ ਦਾ ਜਿਹੜਾ ਹੁਲੀਆ ਉਹ ਲਿਆ ਜਾਂਦਾ ਸੀ, ਉਹਨਾਂ ਦਾ ਰਿਕਾਰਡ ਰੱਖਿਆ ਜਾਂਦਾ ਸੀ। ਤਾਂ ਨਵੇਂ ਹਥਿਆਰ ਤਿਆਰ ਕਰਾਉਣੇ। ਸੁਲਤਾਨ ਨੇ ਸੈਨਿਕਾਂ ਨੂੰ ਨਵੇਂ ਹਥਿਆਰ ਵੀ ਤਿਆਰ ਕਰਵਾਏ ਅਤੇ ਉਦੇਸ਼ ਦੇ ਨਾਲ ਕਈ ਸਥਾਨਾਂ 'ਤੇ ਕਾਰਖਾਨੇ ਸਥਾਪਿਤ ਵੀ ਕੀਤੇ ਗਏ ਸੀ। ਅੱਗੇ ਸੀ ਕਿ ਕਿਲਿਆਂ ਦੀ ਉਸਾਰੀ ਅਤੇ ਜਾਸੂਸ। ਮੰਗੋਲਾਂ ਦੇ ਹਮਲਿਆਂ ਤੋਂ ਸਾਮਰਾਜ ਦੀ ਰੱਖਿਆ ਕਰਨ ਦੇ ਲਈ ਸੁਲਤਾਨ ਨੇ ਉੱਤਰ ਪੱਛਮ ਅਤੇ ਸਰਹੱਦੀ ਪ੍ਰਦੇਸ਼ਾਂ ਦੇ ਵਿੱਚ ਕਿਲਿਆਂ ਦੀ ਉਸਾਰੀ ਕੀਤੀ ਸੀ ਅਤੇ ਪੁਰਾਣੇ ਕਿਲਿਆਂ ਦੀ ਮੁਰੰਮਤ ਕਰਵਾਈ ਸੀ। ਉਸਨੇ ਸੈਨਾ ਵਿੱਚ ਵੀ ਕੁਝ ਜਾਸੂਸ ਛੱਡੇ ਹੋਏ ਸੀ ਜੋ ਉਸਨੂੰ ਸੈਨਿਕ ਕਰਮਚਾਰੀਆਂ ਦੇ ਵਿਹਾਰ ਬਾਰੇ ਸੂਚਨਾ ਦਿੰਦੇ ਸੀ। ਇਹ ਸੀ ਰਾਜੇ ਅਲਾਉਦੀਨ ਖਿਲਜੀ ਦਾ ਰਾਜ ਪ੍ਰਬੰਧ। ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ। ਧੰਨਵਾਦ।